ਉਤਬਾ ਬਿਨ ਰਬੀਆ ਇੱਕ ਸਰਦਾਰ ਸੀ ਔਰ ਬੜੇ ਮੋਟੇ ਚਮੜੇ ਦੀਆਂ ਜੁੱਤੀਆਂ ਪਾਉਂਦਾ ਸੀ। ਪੈਰੇ ਦਾ ਭਾਰਾ ਹੀ, ਜਿਸਮ ਦਾ ਚੰਗਾ ਭਾਰਾ ਹੀ, ਔਰ ਚੰਗੀ ਮੋਟੀ ਜੁੱਤੀ ਖੁੱਸਾ ਜੋ ਕੁਝ ਹੀ ਬਣਵਾਉਂਦਾ ਸੀ, ਚੰਗੀ ਭਾਰੀ ਜੁੱਤੀ ਹੁੰਦੀ ਸੀ। ਇਸ ਆਪਣੀ ਜੁੱਤੀ ਲਾ ਲਈ ਔਰ ਹਜ਼ਰਤ ਅਬੂ ਬਕਰ ਸਦੀਕ ਦੇ ਜਿਸਮ ਜਾਂ ਕੰਨ ਜਾਂ ਮੋਢਿਆਂ ਉੱਤੇ ਨਹੀਂ, ਲੱਤਾਂ ਤੇ ਨਹੀਂ, ਉਹਨਾਂ ਦੇ ਸਿੱਧਾ ਸਿੱਧਾ ਮੂੰਹ ਤੇ ਮਾਰਨੀ ਸ਼ੁਰੂ ਕਰ ਦਿੱਤੀ। ਉਤਬਾ ਬਿਨ ਰਬੀਆ ਨੇ ਇਤਨੀਆਂ ਇਸ ਜੁੱਤੀਆਂ ਮਾਰੀਆਂ, ਇਤਨਾ ਲੋਕਾਂ ਨੇ ਫੜ ਕੇ ਰੱਖਿਆ ਤੇ ਇਹ ਜੁੱਤੀਆਂ ਮਾਰਦਾ ਰਿਹਾ ਕਿ ਜਿਹੜਾ ਨੱਕ ਸੀ ਨਾ, ਮੂੰਹ ਇੰਜ ਸੁੱਜ ਗਿਆ ਕਿ ਨੱਕ ਦਾ ਪਤਾ ਨਹੀਂ ਸੀ ਲੱਗਦਾ ਪਰ ਨੱਕ ਕਿਹੜਾ ਹੈ ਤੇ ਗੱਲਾਂ ਕਿਹੜੀਆਂ ਨੇ। ਜਦੋਂ ਹਜ਼ਰਤ ਅਬੂ ਬਕਰ ਸਦੀਕ ਨੇ ਇਸਲਾਮ ਕਬੂਲ ਕੀਤਾ, ਇਹਨਾਂ ਦਾ ਪਹਿਲਾ ਨਾਮ ਅਬਦੁਲ ਕਾਬਾ ਸੀ। ਜਦੋਂ ਇਹਨਾਂ ਨੇ ਇਸਲਾਮ ਕਬੂਲ ਕੀਤਾ ਤੇ ਰਸੂਲੁल्लाह सल्लल्लाहु अलैहि वसल्लम ने ਇਹਨਾਂ ਦਾ ਨਾਮ ਅਬਦੁੱਲਾ ਰੱਖਿਆ। ਜਦੋਂ ਕਲਮਾ ਇਹਨਾਂ ਪੜ੍ਹ ਲਿਆ ਤੇ ਇਹਨਾਂ ਦੇ ਖਾਨਦਾਨ ਨੂੰ ਪਤਾ ਚੱਲਿਆ ਕਿ ਮੁਹੰਮਦ ਬਿਨ ਅਬਦੁੱਲਾ ਨੇ ਨਬੂਵਤ ਦਾ ਐਲਾਨ ਕਰ ਦਿੱਤਾ ਹੈ ਔਰ ਸਾਡਾ ਮੁੰਡਾ ਉਹਦਾ ਦੋਸਤ ਤੇ ਬੇਲੀ ਹੈ, ਇਸਨੇ ਵੀ ਉਹਦੇ ਆਖਣੇ ਉੱਤੇ ਇਸਨੇ ਵੀ ਇਸਲਾਮ ਕਬੂਲ ਕਰ ਲਿਆ। ਤੇ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਅਨਹੁ ਦੇ ਉੱਤੇ ਉਹਨਾਂ ਦੇ ਖਾਨਦਾਨ ਨੇ ਔਰ ਕੁਝ ਹੋਰ ਲੋਕਾਂ ਨੇ ਤਸ਼ੱਦਦ ਕੀਤਾ, ਮਾਰਪੀਟ ਕੀਤੀ, ਘਰ ਦੇ ਵਿੱਚ ਬੰਦ ਕਰ ਦਿੱਤਾ। ਇੱਥੋਂ ਤੱਕ ਕਿ ਉਤਬਾ ਬਿਨ ਰਬੀਆ ਇੱਕ ਸਰਦਾਰ ਸੀ ਔਰ ਬੜੇ ਮੋਟੇ ਚਮੜੇ ਦੀਆਂ ਜੁੱਤੀਆਂ ਪਾਉਂਦਾ ਸੀ। ਪੈਰੇ ਦਾ ਭਾਰਾ ਹੀ, ਜਿਸਮ ਦਾ ਚੰਗਾ ਭਾਰਾ ਹੀ, ਔਰ ਚੰਗੀ ਮੋਟੀ ਜੁੱਤੀ ਖੁੱਸਾ ਜੋ ਕੁਝ ਹੀ ਬਣਵਾਉਂਦਾ ਸੀ, ਚੰਗੀ ਭਾਰੀ ਜੁੱਤੀ ਹੁੰਦੀ ਸੀ। ਇਸ ਆਪਣੀ ਜੁੱਤੀ ਲਾ ਲਈ ਔਰ ਹਜ਼ਰਤ ਅਬੂ ਬਕਰ ਸਦੀਕ ਦੇ ਜਿਸਮ ਜਾਂ ਕੰਨ ਜਾਂ ਮੋਢਿਆਂ ਉੱਤੇ ਨਹੀਂ, ਲੱਤਾਂ ਤੇ ਨਹੀਂ, ਉਹਨਾਂ ਦੇ ਸਿੱਧਾ ਸਿੱਧਾ ਮੂੰਹ ਤੇ ਮਾਰਨੀ ਸ਼ੁਰੂ ਕਰ ਦਿੱਤੀ। ਉਤਬਾ ਬਿਨ ਰਬੀਆ ਨੇ ਇਤਨੀਆਂ ਇਸ ਜੁੱਤੀਆਂ ਮਾਰੀਆਂ, ਇਤਨਾ ਲੋਕਾਂ ਨੇ ਫੜ ਕੇ ਰੱਖਿਆ ਤੇ ਇਹ ਜੁੱਤੀਆਂ ਮਾਰਦਾ ਰਿਹਾ ਕਿ ਜਿਹੜਾ ਨੱਕ ਸੀ ਨਾ, ਮੂੰਹ ਇੰਜ ਸੁੱਜ ਗਿਆ ਕਿ ਨੱਕ ਦਾ ਪਤਾ ਨਹੀਂ ਸੀ ਲੱਗਦਾ ਪਰ ਨੱਕ ਕਿਹੜਾ ਹੈ ਤੇ ਗੱਲਾਂ ਕਿਹੜੀਆਂ ਨੇ। ਇਤਨਾ ਮੂੰਹ ਸੁੱਜ ਗਿਆ। ਜਿਸ ਵੇਲੇ ਇਤਨੀ ਸੋਜਨ ਆ ਗਈ ਨਾ ਮੂੰਹ ਉੱਤੇ, ਤੇ ਇਹਨਾਂ ਨੂੰ ਉਠਾ ਕੇ ਨਾ ਤੇ ਇਹਨਾਂ ਦੇ ਕੋਈ ਖਾਨਦਾਨ ਦੇ ਲੋਕ ਜਾਂ ਕੋਈ ਕਰੀਬੀ ਲੋਕ ਬੰਨਿਆਂ ਕੋਲ ਛੁਡਾ ਕੇ ਲੈ ਗਏ, ਘਰ ਦੇ ਵਿੱਚ ਰੱਖਿਆ। ਤੇ ਇਹਨਾਂ ਦੇ ਬਾਰੇ ਮਸ਼ਹੂਰ ਹੋ ਗਿਆ ਕਿ ਇਹ ਫੌਤ ਹੋ ਗਿਆ। ਇਹ ਯਾਰੇ ਗਾਰ, ਅਮੀਰ ਉਲ ਮੋਮਿਨੀਨ, यारे मिज़ार, सिद्दीक़ रसूल, नबी करीम सल्लल्लाहु अलैहि वसल्लम दे महबूब, और इतने महबूब कि ये जड़ा वाक़या मैं बयान कर रहा ना, इस वाक़े नू याद करके रसूल पाक सल्लल्लाहु अलैहि वसल्लम ने एक बारी हज़रत उमर बिन खत्ताब नू सरजनश फरमाई। दोवे बेली किसी मामले में उलझे ना तो थोड़ी जी गल तू तुकार ते चली गई। तो हज़रत अबू बकर शरीक ने जाके सरकार ने अर्ज़ की कि या रसूलल्लाह, उमर ने मेरे नाल ए गल्लां कीतियां ते इंज दे लफ्ज़ बोले। तो सरकार ने हज़रत उमर बिन खताब ने बुला लिया, बुला के फरमाया, उमर बाकी गल्लां ते एक पासे तेरा ओदा झगड़ा होया, इख्तलाफ होया, फसाद होया, गल्लां होईयां ने, सारियां गल्लां एक पासे, क्या मेरी मुहब्बत की वजह तो भी तू अबू बकर नू माफ़ नहीं कर सकता? और फिर हजूर ने फरमाया, उमर जिस वेले तू मेरा दुश्मन है ना और मैंने कत्ल करना चाहना है और मेरी मुखालफत करना है, अबू बकर उस वेले भी मेरी तस्दीक करता है तो मेरे पीछे मारा खांदा है। ये तशद्दद सरदार लोगों ते होया। इस सरदार ने, अमीर आदमी ने, दौलतमंद ने, ताजर ने इतना तशद्दद के नक जड़ी है ना वो दिसे कोई ना, इतना चेहरा सुझ गया। लोग लैके घर चले गए, दवाई दारू किया, पानी दुध शहद जो कर सकते सी करना, लेकिन बोलते नहीं सन। इतना तशद्दद होया और मूँह के उत्ते जुत्तियां सुन भी नहीं सन सकते। 2-3 दिन गुजरे। 2-3 दिनों तो बाद इन्हां दी वालदा हज़रत बिर्रा, उन्होंने इन्हां दे कोल खलो के हज़रत अबू बकर शरीक नूं ना आवाज़ दी, इन्हां दा नाम बुला के ना आवाज़ दी। उन्हां अखां खोलियां, अखां खोल के ना आदे ने, माँ ने तो पूछा ना कि पुत्र तेरा की हाल है, कोई सेहत, कोई दर्द, तकलीफ, कोई बेहतर? ये अपनी माँ नूं आदे ने कि मैनू दर्द का नहीं पता ना मैनू तकलीफ का पूछो, मैनू निरा ये दसो कि रसूल पाक होरां दा की हाल है। मेरे कोलों मेरा ना पूछो, मैनू सिर्फ ये दसो कि नबी पाक सल्लल्लाहु अलैहि वसल्लम दा की हाल है। वो आदि है ने कि मैंने तो उन्हों का नहीं पता उन्हों का की हाल है। ये आते ने कि जाओ फलानी औरत, उसका नाम है उम्मे जमील, ओदे कोलों पुछ के आओ।
कि सरकार दा की हाल है। वो गई उम्मे जमील को, ਉਹਨੂੰ ਆਦੀਆਂ ਨੇ ਕਿ ਮੈਨੂੰ ਦੱਸ, ਮੇਰਾ ਪੁੱਤਰ ਪੁੱਛਦਾ ਹੈ ਕਿ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਕੀ ਹਾਲ ਹੈ। ਚੂँਕਿ ਇਸਲਾਮ ਦਾ ਆਗਾਜ਼ ਹੋ ਰਿਹਾ ਸੀ, ਜਿਸ ਵੇਲੇ ਕਿਸੇ ਨੇ ਦੱਸ ਪਾਉਣੀ ਕਿ ਇਸ ਬੰਦੇ ਨੇ ਬੁੱਤਾਂ ਦੀ ਮੁਖਾਲਫਤ ਸ਼ੁਰੂ ਕੀਤੀ ਹੈ, ਸ਼ਿਰਕ ਕਰਨਾ ਛੱਡ ਦਿੱਤਾ ਹੈ, ਮੁਸ਼ਰਕ ਤੋਂ ਇਸਲਾਮ ਦੀ ਤਰਫ ਚਲਾ ਗਿਆ, ਉਸੇ ਵੇਲੇ ਉਸ ਬੰਦੇ ਦੇ ਨਾਲ ਸੋਸ਼ਲ ਬਾਈਕਾਟ, ਮੁਆਸ਼ੀ ਬਾਈਕਾਟ, ਸਲਾਮ, ਦੁਆ, ਕਲਾਮ ਸਾਰਾ ਕੁਝ ਖਤਮ ਹੋ ਜਾਂਦਾ ਹੈ। उम्मे जमील ने की गल की, उसने कहा ना मैं मुहम्मद बिन अब्दुल्ला नूं जाननी है, ना मैं तेरे पुत्रे नूं जाननी है, मैनू उन्होंने कोल लै चल, मैं तेरे जानती नहीं। हीला खेडिया उस आप दी वालदा उम्मे जमील नूं लैके हज़रत अबू बकर शरीक दे कोल आईयां। जिस वेले वो कोल आईयां ना, तो घर कोई होर मर्द नहीं सी। उम्मे जमील आदियां ने हुण मेरे को पुछो की पुछना है। तो हज़रत अबू बकर शरीक नूं ना कुछ होश आई, तो आदे ने मैनू ये दसो कि रसूल पाक दा की हाल है। उन्हां दे नाल तो नहीं किसी को बदतमीजी की, कोई किसी उन्हां दे उत्ते तशद्दुद तो नहीं किया, कोई उन्हां दे उत्ते किसी हाथ तो नहीं चुकिया। उम्मे जमील ने आख्या कि सरकार बिल्कुल ठीक ने, शे ठीक है। और हज़रत अरकम जेड़े उन्हां दे सहाबी ने, उन्हां दे दोस्त ने, उन्हां दे घर सरकार मौजूद ने, उत्थे ने। हज़रत अबू बकर शरीक बड़ी मुश्किल नाल, एक रिवायत है कि अपनी वालदा और उम्मे जमील दा ना आसरा लैके हज़रत अबू बकर सिद्दीक सरकार कोल गए। तो इत्थे जो सरकार को अपने ना, तो सरकार ने अपने दोस्त की हालत वेखी, तो नबी पाक सल्लल्लाहु अलैहि वसल्लम ने हज़रत अबू बकर सिद्दीक के चेहरे नूं चुमिया, हजूर ने बोसे दिते। जदों उन्हें वेख्या ना कि मेरे नाल सरकार इतनी मुहब्बत कर रहा है, अर्ज करते हैं या रसूलल्लाह, ऐ मेरी वालदा ने हज़रत बिर्रा, करम भी फरमाओ तो दुआ भी इन्हां वास्ते फरमाओ कि ये भी इस्लाम कबूल कर लें। हजूर ने दुआ फरमाई, तो वालदा दे उत्ते एक तो बेटे की मुहब्बत गालब सी, दूसरा उस सरकार नूं जान दियां कि मेरे बेटे दे दोस्त ने, तो झूठ नहीं बोलते, गलत काम नहीं करते, उन्होंने भी इस्लाम कबूल किया।